ਰਵਿੰਦਰ ਜੀ ਇੱਥੇ ਸਵਾਲ ਇਹ ਵੀ ਹੈ ਕਿ ਇਸ ਗੁਰਬਾਣੀ ਦੇ ਬੇਸ ਤੇ ਹੀ ਪੀਟੀਸੀ ਨੈਟਵਰਕ ਨੇ ਆਪਣੇ ਆਪ ਨੂੰ ਖੜਾ ਕੀਤਾ। ਇਹ ਗੁਰਬਾਣੀ ਇੱਕ ਅਜਿਹੀ ਲਿਵਰੇਜ ਹੈ ਜਿਸਨੇ ਕਿ ਪੀਟੀਸੀ ਨੂੰ ਇੱਕ ਬ੍ਰਾਂਡ ਬਣਾਇਆ। ਤੁਸੀਂ ਠੀਕ ਹੈ ਸੇਵਾਵਾਂ ਦਿੱਤੀਆਂ ਨੇ, ਉਹਦੇ ਵਿੱਚ ਕੋਈ ਦੋਰਾਵਾਂ ਨਹੀਂ ਹੈਗੀਆਂ ਨੇ ਵੀ 23 ਸਾਲ ਤੋਂ ਇਹ ਸੇਵਾ ਤੁਹਾਡੇ ਕੋਲ ਹੈ, ਲੇਕਿਨ ਇੱਕ ਮੋਨੋਪੋਲੀ ਹੈ ਕਿਉਂਕਿ ਪੀਟੀਸੀ ਚੈਨਲ ਸੁਖਬੀਰ ਬਾਦਲ ਦਾ ਚੈਨਲ ਹੈ। ਇਸ ਵਾਸਤੇ ਐਸਜੀਪੀਸੀ ਦੇ ਉੱਤੇ ਅਕਾਲੀ ਦਲ ਦਾ ਕੰਟਰੋਲ ਹੈ, ਸੁਖਬੀਰ ਬਾਦਲ ਦਾ ਕੰਟਰੋਲ ਹੈ। ਸੋ ਇਹ ਗੁਰਬਾਣੀ ਦੀ ਸੇਵਾ ਪੀਟੀਸੀ ਤੋਂ ਬਾਹਰ ਕਿਉਂ ਨਾ ਜਾਏ, ਇਸ ਵਾਸਤੇ ਚਰਚਾਵਾਂ ਪਹਿਲਾਂ ਰਹੀਆਂ, ਲੋਕਾਂ ਨੂੰ ਦਿੱਕਤਾਂ ਵੀ ਸਨ। ਲੇਕਿਨ ਤੁਸੀਂ 2011-12 ਦੇ ਆਸ-ਪਾਸ ਰਾਈਟਸ ਜਦੋਂ ਰੀਨਿਊ ਹੁੰਦੇ ਨੇ ਉਸ ਵਕਤ ਵੀ ਤੁਹਾਡਾ ਕੰਟਰੈਕਟ 10-11 ਸਾਲ ਵਧਾਤਾ ਜਾਂਦਾ ਹੈ। ਹੁਣ 23 ਦੇ ਵਿੱਚ ਸੁਣਿਆ ਕੰਟਰੈਕਟ ਜਿਹੜਾ ਹੈ ਤੁਹਾਡੀ ਮਿਆਦ ਖਤਮ ਹੋ ਰਹੀ ਹੈ। ਸੋ ਇਹ ਕੱਲੀ ਫੇਵਰ ਜਿਹੜੀ ਸੰਗਤਾਂ ਨੂੰ ਚੈਨਲ ਨੇ ਨਹੀਂ ਦਿੱਤੀ, ਬਲਕਿ ਚੈਨਲ ਨੂੰ ਵੀ ਇਸ ਦਾ ਬਹੁਤ ਲਾਹਾ ਮਿਲਿਆ ਤੇ ਉਹ ਲਾਹਾ ਕਿੱਡਾ ਜਾਇਜ਼ ਜਾਂ ਨਾਜਾਇਜ਼ ਹੈ, ਇਸ ਉੱਤੇ ਸਵਾਲ ਉੱਠ ਰਹੇ ਨੇ। ਰਿਤੇਸ਼ ਜੀ, ਤੁਸੀਂ ਪੀਟੀਸੀ 'ਚ ਪਹਿਲਾਂ ਰਹਿ ਚੁੱਕੇ ਹੋ, ਤੁਸੀਂ ਇਹ ਦੱਸੋ ਟੀਆਰਪੀ ਜਿਹੜੀ ਆਉਂਦੀ ਹੈ ਉਹ ਗੁਰਬਾਣੀ ਦੀ ਆਉਂਦੀ ਹੈ ਨਾ ਜੀ? ਕੀ ਗੁਰਬਾਣੀ ਆਪਾਂ ਵੇਚਦੇ ਹਾਂ? ਇੱਕ ਵੀ ਐਡ ਲਈ ਹੈ? 1 ਵੀ ਰੁਪਇਆ ਕਿਸੇ ਤੋਂ ਆਪਾਂ ਮੰਗਿਆ ਗੁਰਬਾਣੀ ਦਾ? ਸਪਾਂਸਰਸ਼ਿਪ ਕਦੇ ਕਰਾਈ ਹੈ? ਜਵਾਬ ਦੇ ਦਿਓ ਜੀ ਤੁਸੀਂ ਮੈਨੂੰ। ਨਹੀਂ। ਬਾਕੀ ਚੀਜ਼ਾਂ ਦੀ ਹੈ ਨਾ, ਪਹਿਲੀ ਬਾਕੀ ਚੀਜ਼ਾਂ ਦੀ, ਉਹਨਾਂ ਚੀਜ਼ਾਂ ਤੇ ਆਪਾਂ ਮਿਹਨਤ ਕਰਦੇ ਹਾਂ, ਬਣਾਉਂਦੇ ਹਾਂ ਸ਼ੋਜ਼ ਆਪਾਂ, ਉਹਦੀ ਜੋ ਟੀਆਰਪੀ ਆਉਂਦੀ ਉਸੇ ਹਿਸਾਬ ਨਾਲ ਰੇਟ ਮਿਲਦਾ ਨਾ। ਕਿਸੇ ਵੀ ਚੈਨਲ ਨੂੰ ਜਦੋਂ ਐਡ ਮਿਲਦੀ ਹੈ ਕਿਸ ਚੀਜ਼, ਜੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, ਆਈਪੀਐਲ ਚੱਲ ਰਿਹਾ ਸਟਾਰ ਸਪੋਰਟਸ ਤੇ, ਆਈਪੀਐਲ ਦੀ ਐਡ ਦੀ ਕੀਮਤ ਮਿਲਦੀ ਹੈ ਜਾਂ ਬਾਕੀ ਸਟਾਰ ਸਪੋਰਟ ਤੇ ਐਡ ਚਲਾਉਣ ਦੀ ਕੀਮਤ ਮਿਲਦੀ ਹੈ? ਆਈਪੀਐਲ ਦੇ ਵਿੱਚ ਸਪੌਟ ਹੋਏਗਾ 10 ਲੱਖ ਦਾ, ਬਾਕੀ ਚੈਨਲ ਦੇ ਉੱਤੇ ਸਪੌਟ ਹੋਣਾ 1000 ਰੁਪਏ ਦਾ। ਇਹੀ ਹੋਣਾ ਨਾ ਜੀ। ਜਿਹੜੀ ਚੀਜ਼ ਸਭ ਤੋਂ ਵੱਧ ਦੇਖੀ ਜਾ ਰਹੀ ਹੈ, ਆਪਾਂ ਤੇ ਐਡ ਨਹੀਂ ਲੈਂਦੇ, ਆਪਾਂ ਤੇ ਪੇ ਚੈਨਲ ਨਹੀਂ ਬਣਾਇਆ ਇਹਨੂੰ। ਚਲੋ ਉਹਦੀ ਲਿਵਰੇਜ, ਮੇਰਾ ਕਹਿਣ ਦਾ ਮਤਲਬ ਹੈ ਗੁਰਬਾਣੀ ਦੀ ਲਿਵਰੇਜ ਦੇ ਕਾਰਨ ਇੱਕ ਗੁੱਡਵਿਲ ਹੈ ਜਿਸ ਦਾ ਕਿ ਫਾਇਦਾ ਪੀਟੀਸੀ ਨੂੰ ਮਿਲਿਆ ਹੈ। ਮੈਂ ਇਹ ਕਹਿ ਰਿਹਾ ਉਹ ਫਾਇਦਾ ਜਾਇਜ਼ ਨਾਜਾਇਜ਼ ਉਹ ਇੱਕ ਵੱਖਰਾ ਇਸ਼ੂ ਹੈ। ਜਿਹਨਾਂ ਨੂੰ ਪ੍ਰੋਬਲਮ ਹੈ ਤਾਂ ਲੋਕਾਂ ਨੂੰ ਰਹਿ ਸਕਦੀ ਹੈ ਪ੍ਰੋਬਲਮ। ਮੈਂ ਗੱਲ ਦੱਸਦਾ ਜੀ ਤੁਹਾਨੂੰ, ਇਸ ਤੋਂ ਪਹਿਲਾਂ ਹੋਰ ਚੈਨਲਾਂ ਕੋਲ ਵੀ ਗੁਰਬਾਣੀ ਰਹੀ ਹੈ, ਜ਼ੀ ਕੋਲ ਸੀਗੀ। ਕੀ ਪ੍ਰੋਬਲਮ ਆਈ ਸੰਗਤ ਨੂੰ? ਜ਼ੀ ਨੇ ਕਿਹਾ ਆਪਾਂ ਕੀਮਤ ਲਵਾਂਗੇ ਟਾਟਾ ਸਕਾਈ ਤੋਂ, ਨਹੀਂ ਦਿੰਦੇ ਗੁਰਬਾਣੀ, ਮਨਾ ਕੀਤਾ ਉਹਨਾਂ ਨੇ। ਸਾਰਾ ਰੌਲਾ ਹੀ ਉੱਥੋਂ ਪਿਆ। ਸਾਡੀ ਜ਼ਮੀਰ ਨੇ ਜਦੋਂ ਨਹੀਂ ਮੰਨਿਆ ਇਸ ਗੱਲ ਨੂੰ, ਆਪਾਂ ਛੱਡਿਆ। You were witness of it, you were part of that team. 64 of us left Z to start PTC. ਰੌਲਾ ਤਾਂ ਇਸੀ ਚੀਜ਼ ਦਾ ਸੀ ਕਿ ਗੁਰਬਾਣੀ ਨੂੰ ਵੇਚਿਆ ਜਾਊਗਾ ਕਿ ਨਹੀਂ। ਉਸ ਤੋਂ ਪਹਿਲਾਂ ਹੋਰ ਵੀ ਚੈਨਲਾਂ ਕੋਲ ਰਹੀ, ਕੀ ਹੋਇਆ? ਐਸਜੀਪੀਸੀ ਨੂੰ ਕਿੰਨੀ ਜਦੋਜਹਿਦ ਕਰਨੀ ਪਈ ਕਿ ਬਈ ਇਹ ਚਲਦੀ ਰਵੇ, ਕੰਟੀਨਿਊਅਸ ਚਲਦੀ ਰਵੇ। ਇੱਥੇ ਮੈਂ ਵੀ ਚਾਹਾਂਗਾ ਰਵਿੰਦਰ ਜੀ, ਕਿਉਂਕਿ ਲੋਕਾਂ ਨੂੰ ਨਾ ਥੋੜਾ ਹਿਸਟੋਰੀਕਲ ਪਰਸਪੈਕਟਿਵ ਦੱਸਣਾ ਜ਼ਰੂਰੀ ਹੈ, ਨਜ਼ਰੀਆ ਜੇ ਤੁਸੀਂ ਕਲੀਅਰ ਕਰ ਸਕੋ ਵੀ ਜਿਹੜਾ ਗੁਰਬਾਣੀ ਦੇ ਦਰਬਾਰ ਸਾਹਿਬ ਤੋਂ, ਕਿਉਂਕਿ ਮੈਂ ਤਾਂ 1984 ਦਾ ਉਹ ਜਦੋਂ ਆਪਰੇਸ਼ਨ ਬਲੂ ਸਟਾਰ ਤੇ ਉਸ ਤੋਂ ਪਹਿਲਾਂ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਦੀ ਮੰਗਾ ਵੇਖਦਾ ਹੈ, ਉਹਦੇ ਵਿੱਚ ਇੱਕ ਮੰਗ ਸੀ ਕਿ ਇੱਕ ਰੇਡੀਓ ਸਟੇਸ਼ਨ ਹੋਵੇ ਜਿਸ ਤੋਂ ਕਿ ਗੁਰਬਾਣੀ ਦਾ ਪ੍ਰਸਾਰਣ ਹੋਵੇ। ਤੇ ਅੱਜ ਪੂਰਾ ਦਾ ਪੂਰਾ ਰੌਲਾ ਗੁਰਬਾਣੀ ਦੇ ਰਾਈਟਸ ਨੂੰ ਲੈ ਕੇ ਹੈ। ਮੈਂ ਇਹ ਸਮਝਣਾ ਚਾਹੁੰਦਾ ਕਿ ਇਹਦਾ ਪਿਛੋਕੜ ਕੀ ਹੈ, ਕਿਵੇਂ ਗੁਰਬਾਣੀ ਦਾ ਪ੍ਰਸਾਰਣ ਸ਼ੁਰੂ ਹੋਇਆ? ਤੁਸੀਂ ਕਿਸੇ ਹੋਰ ਨੈਟਵਰਕ ਦੇ ਨਾਲ ਵੀ ਸੀ ਜੋ ਕਿ ਪਹਿਲਾਂ ਪ੍ਰਸਾਰਣ ਕਰਨਾ ਚਾਹੁੰਦਾ ਸੀ, ਜਥੇਦਾਰ ਗੁਰਚਰਨ ਸਿੰਘ ਟੌੜਾ ਸਨ ਜਿਨ੍ਹਾਂ ਨੇ ਕਿ ਕੈਮਰੇ ਚੱਕ ਕੇ ਬਾਹਰ ਰਖਵਾਤੇ ਸੀ, ਪ੍ਰਸਾਰਣ ਹੋ ਕੇ ਫਿਰ ਬੰਦ ਹੋ ਗਿਆ ਸੀ। ਕਾਈਂਡਲੀ ਉਹ ਪੂਰਾ ਜੇ ਤੁਸੀਂ ਦੱਸ ਸਕੋ ਲੋਕਾਂ ਨੂੰ, ਜੇ ਮੁਨਾਸਬ ਸਮਝੋ। ਮੈਂ ਦੱਸ ਦਿੰਦਾ ਤੁਹਾਨੂੰ, ਸਨ 1998 ਦੀ ਗੱਲ ਹੈ ਤੇ ਪਿਛੋਕੜ ਇਹਦਾ ਇਹ ਹੈ ਕਿ ਜਦੋਂ ਇਹ ਅਕੋਰਡ ਹੋਇਆ ਸੀ ਅਨੰਦਪੁਰ ਸਾਹਿਬ ਵਾਲਾ ਜਿਸ ਗੱਲ ਕਰ ਰਹੇ ਹੋ, ਉਹਦੇ 'ਚ ਲਿਖਿਆ ਹੋਇਆ ਸੀ ਕਿ ਭਾਰਤ ਸਰਕਾਰ ਇਹ ਸਰਵਿਸ ਸ਼ੁਰੂ ਕਰੂਗੀ, ਉਹਨਾਂ ਨੇ ਨਹੀਂ ਕੀਤੀ। ਦੂਰਦਰਸ਼ਨ ਨੇ ਟਰਾਂਸਮਿਟਰ ਆਪਣਾ ਲਾਉਣਾ ਸੀ, ਨਹੀਂ ਲਾਇਆ। ਟੌੜਾ ਸਾਹਿਬ 1998 'ਚ ਆਏ ਜਦੋਂ ਆਪਾਂ ਅਨਾਊਂਸ ਕੀਤਾ ਸੀ ਆਪਾਂ ਇੱਕ ਪੰਜਾਬੀ ਚੈਨਲ ਸ਼ੁਰੂ ਕਰਾਂਗੇ, ਪੰਜਾਬੀ ਵਰਲਡ, ਦੁਨੀਆ ਦਾ ਪਹਿਲਾ ਪੰਜਾਬੀ ਚੈਨਲ। ਟੌੜਾ ਸਾਹਿਬ ਹੱਥ ਬੰਨ ਕੇ ਆਏ ਸੀ ਦਿੱਲੀ ਸਾਡੇ ਦਫ਼ਤਰ, ਸਾਨੂੰ ਪਤਾ ਚੱਲਿਆ ਹੈ ਕਿ ਤੁਸੀਂ ਇਹ ਸ਼ੁਰੂ ਕਰਨ ਚੱਲੇ ਹੋ, ਪੰਥ ਦੀ ਇੱਜ਼ਤ ਬਚਾ ਲਓ। 1999 'ਚ 300 ਸਾਲਾ ਸਮਾਗਮ ਆ ਰਿਹਾ, ਆਪਾਂ ਪੰਥ ਨੂੰ ਇਹ ਕਰਾਰ ਕੀਤਾ ਸੀ ਕਿ ਗੁਰਬਾਣੀ ਘਰ ਘਰ ਪਹੁੰਚੂਗੀ, ਉਹ ਨਹੀਂ ਪਹੁੰਚ ਰਹੀ ਹੈ। ਤੁਸੀਂ ਸ਼ੁਰੂ ਕਰ ਰਹੇ ਹੋ, ਤੁਸੀਂ ਚਲਾ ਲਓ ਇਹ। ਆਪਾਂ ਦੋਵੇਂ ਹੱਥ ਜੋੜ ਕੇ ਸੀਸ ਨਵਾਇਆ ਕਿ ਇਹ ਤੇ ਗੁਰੂ ਦਾ ਵਾਕ ਸਾਡੇ ਕੋਲ ਚੱਲ ਕੇ ਆਇਆ ਹੈ, ਆਪਾਂ ਕਿਵੇਂ ਨਾ ਕਰ ਸਕਦੇ ਸੀ ਜੀ। ਰਾਤੋਂ ਰਾਤ ਆਪਾਂ ਕੈਮਰੇ ਲਾ ਕੇ ਜੋ ਜੱਦੋ ਜਹਿਦ ਕਰਕੇ ਇਹ ਸ਼ੁਰੂ ਕੀਤੀ, ਸਾਰਿਆਂ ਨੂੰ ਪਤਾ ਹੈ ਇਹ ਚਲੀ, ਇਹ ਸਿਰਫ 6 ਮਹੀਨੇ ਚੱਲ ਸਕੀ। ਜਿਹੜੇ ਉਸ ਚੈਨਲ ਦੇ ਫਾਈਨੈਂਸਰ ਸੀ ਉਹ ਵੀ ਇਹਨੂੰ ਵੇਚਣਾ ਚਾਹੁੰਦੇ ਸੀ ਕਿ ਵਿਕ ਜਾਏ ਤੇ 100 ਕਰੋੜ ਕਮਾ ਲਾ। ਸਾਡੇ ਲਈ ਇਹ ਜ਼ਿੰਦਗੀ ਸੀ, ਸਾਡੇ ਲਈ ਇਹ ਗੁਰਬਾਣੀ ਬਿਜ਼ਨਸ ਨਹੀਂ ਸੀ, ਸਾਡੇ ਲਈ ਇਹ ਜ਼ਿੰਦਗੀ ਸੀ, ਲਾਈਫ ਟਾਈਮ ਵਰਕ ਸੀ, ਇਹ ਸਰਵਿਸ। ਇੱਕ ਸੁਪਨਾ ਸੋਚਿਆ ਸੀ ਕਿ ਦੁਨੀਆ 'ਚ ਕਿਤੇ ਵੀ ਕੋਈ ਟੀਵੀ ਔਨ ਕਰੇ ਤੇ ਗੁਰਬਾਣੀ ਵੇਖ ਸਕੇ। ਯੂ ਬੀਨ ਪਾਰਟ ਆਫ ਇਟ, ਯੂ ਆਰ ਵਿਟਨੈਸ ਟੂ ਦ ਡ੍ਰੀਮਸ ਵੀ ਲਵ। ਫਿਰ ਜਗਜੀਤ ਸਿੰਘ ਕੋਹਲੀ ਈਟੀਸੀ ਵਾਲੇ ਆਏ, ਉਹਨਾਂ ਨੇ ਹੱਥ ਜੋੜ ਕੇ ਕਿਹਾ ਮੈਂ ਗੁਰੂ ਦਾ ਸਿੱਖ ਹਾਂ, ਮੈਨੂੰ ਬਹੁਤ ਮਾੜਾ ਲੱਗ ਰਿਹਾ ਕਿ ਬੰਦ ਹੋ ਗਈ ਹੈ। He went to SGP, he went to first the company which had the rights. ਉਸ ਰਾਈਟ ਕਰੋੜਾਂ ਰੁਪਏ ਦੇ ਕੇ ਉਹ ਰਾਈਟ ਲਏ, SGPC ਨੇ ਉਹਨੂੰ ਭਜਾਤਾ ਕਿ ਤੁਸੀਂ ਰਾਈਟ ਆਪਣੇ ਆਪ ਲੈ ਲੈ, ਸਾਡੇ ਤੋਂ ਬਗੈਰ ਪੁੱਛੇ, ਆਪਾਂ ਨਹੀਂ ਮੰਨਦੇ, ਤੁਹਾਡੇ ਕੈਮਰੇ ਬਾਹਰ ਤਾਲਾ ਲੱਗਿਆ ਕੰਟਰੋਲ ਰੂਮ ਤੇ, ਨਹੀਂ ਚਲਾ ਸਕਦੇ ਤੁਸੀਂ।
ਉਹ ਫਿਰ ਦੁਬਾਰਾ ਐਸਜੀਪੀਸੀ ਕੋਲ ਗਏ, ਦੁਬਾਰਾ ਕਰਾਰ ਹੋਇਆ। ਉਸ ਵੇਲੇ ਐਸਜੀਪੀਸੀ ਨੇ ਹੋਰ ਚੈਨਲਾਂ ਨਾਲ ਗੱਲ ਕੀਤੀ ਕਿ ਤੁਸੀਂ ਲੈ ਲਓ, ਤੁਸੀਂ ਲੈ ਲਓ, ਤੁਸੀਂ ਲੈ ਲਓ। ਸਭ ਨੇ ਪੱਲਾ ਝਾੜਤਾ ਕਿ ਨਾ ਕੋਈ ਕਮਾਈ ਹੋਣੀ ਹੈ ਤਾਂ ਨਾ ਕੁਛ ਹੋਣਾ, ਆਪਾਂ ਕਾਹਨੂੰ ਲਈਏ, ਨਹੀਂ ਦਿੰਦੇ, ਨਹੀਂ ਲੈਂਦੇ। ਈਟੀਸੀ ਨੇ ਲਿੱਤੀ, ਜਗਜੀਤ ਸਿੰਘ ਕੋਹਲੀ ਨੇ ਉਸ ਵੇਲੇ। ਉਹ ਸ਼ੁਰੂ ਹੋਈ, ਕਰੋੜਾਂ ਉੱਥੇ ਖਰਚ ਹੋਏ, ਫਿਰ ਕਰੋੜਾਂ ਦੀ ਫੀਸ ਐਸਜੀਪੀਸੀ ਨੂੰ ਗਈ, ਇਕੁਇਪਮੈਂਟ ਲੱਗਿਆ, ਬੜਾ ਕੁਝ ਹੋਇਆ। ਉਸ ਕੰਪਨੀ ਨੂੰ ਲਾਸ ਹੋ ਗਿਆ, ਇੰਨਾ ਲਾਸ ਹੋਇਆ ਕਿ ਉਹਨਾਂ ਨੂੰ ਆਪਣੀ ਪੂਰੀ ਦੀ ਪੂਰੀ ਕੰਪਨੀ ਗੁਰਬਾਣੀ ਸਮੇਤ ਜ਼ੀ ਨੂੰ ਵੇਚਣੀ ਪਈ। ਯਾਨੀ ਕਿ ਈਟੀਸੀ ਮਰਜ ਹੋ ਗਿਆ ਜ਼ੀ ਦੇ ਵਿੱਚ, ਕੰਪਨੀ ਵਿਕ ਗਈ ਨਾ ਜ਼ੀ ਨੂੰ, ਜ਼ੀ ਨੇ ਟੇਕ ਓਵਰ ਕਰ ਲਈ। ਜ਼ੀ ਨੇ ਆਪਣੇ ਹਿਸਾਬ ਨਾਲ ਇਹਨੂੰ ਚਲਾਉਣਾ ਚਾਹਾ। ਜ਼ੀ ਨਾਲ ਮਤਭੇਦ ਕੀ ਹੋਇਆ ਸਾਡਾ, ਤੁਸੀਂ ਸੀਗੇ ਉੱਥੇ, ਕੀ ਮਤਭੇਦ ਹੋਇਆ? ਉਹ ਚਾਹੁੰਦੇ ਸੀ ਟਾਟਾ ਸਕਾਈ ਤੇ ਫ੍ਰੀ ਨਹੀਂ ਦੇਣਾ, ਪੈਸੇ ਲਾਵਾਂਗੇ, ਲੋਕ ਪੈਸੇ ਦੇਣੇ ਦੇ ਗੁਰਬਾਣੀ ਦੇ। ਸਾਡੇ ਮਨਸੂਬੇ ਦੇ ਖਿਲਾਫ ਸੀ ਕਿ ਨਹੀਂ, ਲੋਕਾਂ ਨੂੰ ਪੈਸੇ ਨਹੀਂ ਦੇਣੇ, ਗੁਰਬਾਣੀ ਵੇਖਣ ਲਈ ਪੈਸੇ ਨਾ ਦੇਣੇ ਪੈਣ। ਤੇ ਆਪਾਂ ਇਹ ਨਹੀਂ ਹੋਣਾ। ਬੜੀ ਮੁਸ਼ਕਿਲ ਉਹਨਾਂ ਨੂੰ ਆਪਾਂ ਤਿਆਰ ਕੀਤਾ, ਨਹੀਂ ਹੋਏ। ਵੀ ਲੈਫਟ ਜ਼ੀ, 62 ਆਫ ਅਸ ਲੈਫਟ ਜ਼ੀ ਓਵਰਨਾਈਟ। ਇਹ ਇੱਥੇ ਨਹੀਂ ਰਹਿਣਾ, ਇੱਥੇ ਨਹੀਂ ਕੰਮ ਕਰਨਾ। ਪੀਟੀਸੀ ਬਣਾਇਆ, ਉਹਨਾਂ ਨੂੰ ਗੱਲ ਕਰਕੇ ਤਾਂ ਆ ਕਿ ਤੁਸੀਂ ਚਲਾ ਲਓ, ਜਿੰਨੀ ਦੇਰ ਚਲਾਉਣਾ ਚਾਹੁੰਦੇ ਹੋ ਤੁਸੀਂ, ਇਹ ਸਾਨੂੰ ਦੇ ਦਿਓ, ਆਪਾਂ ਇਹਨੂੰ ਫ੍ਰੀ ਚਲਾਵਾਂਗੇ। ਤੁਸੀਂ ਨਹੀਂ ਚਲਾਉਣਾ ਨਾ ਫ੍ਰੀ, ਤੁਸੀਂ ਨਾ ਚਲਾਓ, ਆਪਾਂ ਚਲਾਵਾਂਗੇ, ਤੁਸੀਂ ਆਪਣੇ ਵੀ ਚਲਾਈ ਚੱਲੋ, ਕੋਈ ਗੱਲ ਨਹੀਂ, ਆਪਾਂ ਨਹੀਂ ਰੋਕਦੇ। ਉੱਥੇ ਵੀ ਚੱਲੀ, ਪੀਟੀਸੀ ਤੇ ਵੀ ਚੱਲੀ, till it was seen that they are again commercializing it internationally and we told them you will not run it now. ਪੀਟੀਸੀ ਨੇ ਪੂਰੀ ਦੁਨੀਆ 'ਚ ਪਹੁੰਚਾਈ। ਅੱਜ ਇਹ ਨਹੀਂ ਹੈ ਵੀ ਕੈਮਰੇ 3 ਫਿੱਟ ਕਰ ਦੋ ਤੇ ਸਾਰੀ ਦੁਨੀਆ 'ਚ ਪਹੁੰਚ ਜਾਊਗੀ ਗੁਰਬਾਣੀ। ਨੋ, ਫਾਈਬਰ ਕੇਬਲ ਲੱਗੀਆਂ ਹੋਈਆਂ, ਉੱਥੋਂ ਲੈ ਕੇ ਦਿੱਲੀ, ਦਿੱਲੀ ਲੈ ਕੇ ਲੰਡਨ, ਦਿੱਲੀ ਤੋਂ ਲੈ ਕੇ ਕੈਨੇਡਾ, ਦਿੱਲੀ ਤੋਂ ਲੈ ਕੇ ਯੂਐਸ ਦੇ ਵਿੱਚ ਈਸਟ ਕੋਸਟ ਵਿੱਚ ਉਹਨਾਂ ਦੇ ਸਵੇਰੇ ਦੇ ਹਿਸਾਬ ਨਾਲ, ਸ਼ਾਮ ਦੇ ਹਿਸਾਬ ਨਾਲ ਮਿਲਦੀ ਹੈ। ਵੈਸਟ ਕੋਸਟ ਵਿੱਚ ਉਹਨਾਂ ਦੇ ਹਿਸਾਬ ਨਾਲ ਮਿਲਦੀ ਹੈ। ਕੈਨੇਡਾ ਵਿੱਚ ਵੀ ਸਵੇਰੇ ਵੈਨਕੂਵਰ ਸਾਈਡ ਹੋਰ ਟਾਈਮ ਹੁੰਦਾ, ਟੋਰਾਂਟੋ ਹੋਰ ਟਾਈਮ ਹੁੰਦਾ, ਉਹਨਾਂ ਸਭ ਦੇ ਟਾਈਮ ਦੇ ਹਿਸਾਬ ਨਾਲ ਮਿਲਦੀ ਹੈ। ਸਾਡੀ ਐਪ ਦੇ ਉੱਤੇ 7 ਦਿਨ ਦੀ ਗੁਰਬਾਣੀ ਅਵੇਲੇਬਲ ਹੈ, 24 ਘੰਟੇ ਦੀ ਆਡੀਓ ਫੀਡ ਅਵੇਲੇਬਲ ਹੈ। ਜਿਸ ਤਰ੍ਹਾਂ ਤੁਸੀਂ ਸੁਣਨਾ ਚਾਹੋ ਉਸ ਤਰ੍ਹਾਂ ਅਵੇਲੇਬਲ ਹੈ। ਦੂਜੀ ਗੱਲ, ਮਾਨ ਦੀ ਗੱਲ ਦੱਸਾਂ ਮੈਂ ਤੁਹਾਨੂੰ ਸਿੱਖਾਂ ਲਈ, ਇੱਕੋ ਇੱਕ ਅਦਾਰਾ ਹੈ ਦੁਨੀਆ ਦੇ ਵਿੱਚ, ਦਰਬਾਰ ਸਾਹਿਬ, ਜਿੱਥੋਂ 360 ਡਿਗਰੀ ਵਰਚੁਅਲ ਰਿਐਲਿਟੀ ਵਿੱਚ ਲਾਈਵ ਟੈਲੀਕਾਸਟ ਰੋਜ਼ ਹੁੰਦਾ ਹੈ। ਦੁਨੀਆ ਦੇ ਕਿਸੇ ਕੋਨੇ 'ਚ ਵਰਚੁਅਲ ਰਿਐਲਿਟੀ ਦੇ ਵਿੱਚ ਲਾਈਵ ਟੈਲੀਕਾਸਟ ਨਹੀਂ ਹੁੰਦਾ, ਕਿਤੇ ਵੀ ਦਰਬਾਰ ਸਾਹਿਬ ਤੋਂ ਹੁੰਦਾ। ਸਾਰੀ ਟੈਕਨੋਲੋਜੀ ਵਿੱਚ ਇਨਵੈਸਟਮੈਂਟ ਕੌਣ ਕਰਦਾ ਹੈ? ਪੀਟੀਸੀ। ਨਹੀਂ ਤਾਂ ਕਿਹਨੂੰ ਕਰਨੀ ਪਏਗੀ? ਐਸਜੀਪੀਸੀ ਨੂੰ। ਗੁਰੂ ਦੀ ਗੋਲਕ ਚੋਂ ਪੈਸੇ ਕੱਢ ਕੇ ਖਰਚਾ ਕਰਕੇ ਉਹਨਾਂ ਨੇ ਉਹੀ ਕੰਮ ਕਰਨਾ ਹੈ ਜੋ ਅੱਜ ਇੱਕ ਅਦਾਰਾ ਪੀਟੀਸੀ ਉਹਨਾਂ ਲਈ ਆਪਣਾ ਖਰਚਾ ਕਰਕੇ, ਆਪਣਾ ਕਰਕੇ, ਕਿਉਂ ਕਿ ਇਹ ਕੀ ਪੈਸੇ ਕਮਾਉਣ ਲਈ ਕਰ ਰਿਹਾ? ਨੋ, ਪੈਸੇ ਕਮਾਉਣ ਲਈ ਸਾਡੇ ਵੱਖਰੇ ਚੈਨਲ ਹੈ। ਇਹ ਸਾਡੀ ਅੱਜ ਦੀ ਨਹੀਂ ਹੈ, ਇਹ ਸੇਵਾ ਸਾਨੂੰ ਮਿਲੀ ਆ। ਇਹ ਸਾਨੂੰ ਬਹੁਤ ਮਾਣ ਹੈ ਕਿ ਸਾਡੇ ਜਿਹੇ ਨਿਮਾਣੇ ਬੰਦਿਆਂ ਨੂੰ ਗੁਰੂ ਨੇ ਸੇਵਾ ਬਖਸ਼ੀ ਹੈ। ਇਹ ਅੱਜ ਅਟੈਕ ਨਹੀਂ ਹੋਇਆ। ਹਾਈ ਕੋਰਟ ਦੇ ਵਿੱਚ ਕੇਸ ਗਏ, ਹਾਈ ਕੋਰਟ ਨੇ ਕੀ ਕਿਹਾ? ਮੇਰੇ ਕੋਲ ਹਾਈ ਕੋਰਟ ਦੀ ਜਜਮੈਂਟ ਹੈ, ਕੋਈ ਪੜ੍ਹਨਾ ਚਾਹਵੇ, ਇਹ ਕੋਈ ਅਦਾਰਾ ਦੱਸਦਾ ਨਹੀਂ। 2008 ਦੀ ਜਜਮੈਂਟ, ਉਹ ਜਜਮੈਂਟ ਦਾ ਮੈਂ ਇੱਕ ਲਾਈਨ ਤੁਹਾਨੂੰ ਪੜ੍ਹ ਕੇ ਸੁਣਾ ਦੇਵਾਂ। ਇੱਕ ਲਾਈਨ, ਉਹ ਲਾਈਨ ਕਹਿੰਦੀ ਹੈ ਪੰਨਾ 7 ਤੇ, ਇਫ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ comprising of persons who are respected by the Sikh community and who are well versed in Sikh tenets consider telecast of Holy Gurbani through a channel for listeners within and outside the country to be compatible with the Sikh religious belongings, a writ court exercising public interest jurisdiction would respect that decision and keep its hands off. ਦੂਜੀ ਗੱਲ ਇਹ ਕਹਿੰਦੇ ਹੈ, the question whether Gurbani should be telecast and if so, by what means and on what terms and condition and by whom cannot be the subject matter of a public interest litigation. Management of the affairs of the institution can, in our opinion, be better left to SGPC, and this court would be slow to interfere in any contract or arrangement which the SGPC, publicly elected statutory body, has arrived at. A high court ਦੀ judgment ਹੈ, chief justice ਦੀ ਇਸ਼ੂ ਕੀਤੀ ਹੋਈ। ਇਹ ਕੋਈ ਕੋਰਟ ਨਹੀਂ ਕਰਦਾ, ਕਿਉਂਕਿ ਸੂਟ ਕਰਦਾ ਉਹਨਾਂ ਨੂੰ ਇਹ ਦੱਸਣਾ ਕਿ ਇਹ ਅੱਛਾ ਹੋਈ ਕਾਹਦੇ ਬਾਰੇ ਸੀ? ਮੋਨੋਪੋਲਾਈਜੇਸ਼ਨ ਆਫ ਟੈਲੀਕਾਸਟ ਆਫ ਗੁਰਬਾਨੀ। ਇਹ ਐਮਐਸ ਰਾਹੀ ਨੇ ਪਾਈ ਸੀ on this topic only, which is being raised 23 years later today. ਅੱਜ ਵੀ ਰੌਲਾ ਹੀ ਪੈ ਰਿਹਾ ਵੀ ਮੋਨੋਪੋਲੀ ਹੋ ਗਈ ਜੀ, ਗੁਰਬਾਣੀ ਦੇ ਉੱਤੇ ਮੋਨੋਪੋਲੀ ਹੋ ਗਈ। ਲੋਕ ਇਹ ਘੱਟ ਸੁਣਨ ਨੂੰ ਤਿਆਰ ਹੈ ਕਿ ਕੀ ਰਵਿੰਦਰ ਜੀ ਇਹ ਦੱਸੋ ਵੀ ਹੁਣ ਐਸਜੀਪੀਸੀ ਕਹਿ ਰਹੀ ਵੀ ਸਾਨੂੰ 200 ਕਰੋੜ ਰੁਪਏ ਚਾਹੀਦਾ ਗੁਰਬਾਣੀ ਦੇ ਟੈਲੀਕਾਸਟ ਲਈ। ਇਹ ਮੰਨਿਆ ਜਾ ਰਿਹਾ ਵੀ ਕੁਝ ਐਸਜੀਪੀਸੀ ਦੇ ਮੈਂਬਰਾਂ ਨੇ ਇਸ ਮੁੱਦੇ ਨੂੰ ਚੁੱਕਿਆ ਕਿ ਆ ਜਿਹੜਾ ਨਵਾਂ ਵਿਵਾਦ ਖੜਾ ਹੋਇਆ ਹੈ, ਇਸ ਦੇ ਬੇਸ ਬਣਾ ਕੇ ਪੀਟੀਸੀ ਪੰਜਾਬੀ ਨੂੰ ਰਾਈਟ ਨਹੀਂ ਹੋਣਾ ਚਾਹੀਦਾ। ਲੇਕਿਨ ਦੂਸਰੇ ਪਾਸੇ ਜੇ ਐਸਜੀਪੀਸੀ ਕਹਿ ਰਹੀ ਹੈ 200 ਕਰੋੜ, ਉਹ ਇੱਕ ਇਨਫਲੇਟਡ ਬਜਟ ਹੈ, ਇੰਨਾ ਪੈਸਾ ਚਾਹੀਦਾ ਨਹੀਂ ਤਾਂ ਕਿ ਸਵਾਲ ਖੜੇ ਹੋ ਜਾਣ 200 ਕਰੋੜ ਦੀ ਕਦੀ ਵੀ ਐਲੋਕੇਸ਼ਨ ਨਾ ਹੋ ਸਕੇ
ਤੇ ਜਿਹੜੇ ਰਾਈਟਸ ਨੇ ਉਹ ਪੀਟੀਸੀ ਫਿਰ 2023 ਤੋਂ ਬਾਅਦ ਰਿਟੇਨ ਕਰੇ। ਇਸ ਕਰਕੇ ਇਹ ਐਡਾ ਵੱਡਾ ਬਜਟ ਦਿੱਤਾ ਗਿਆ, ਨਹੀਂ ਤਾਂ ਸ਼ਾਇਦ ਕੁਝ ਕਰੋੜਾਂ ਦੇ ਵਿੱਚ ਇਹ ਟੈਲੀਕਾਸਟ ਹੋ ਸਕਦਾ ਹੈ। ਤੁਸੀਂ ਉਹ ਕਾਸਟ ਦੇ ਉੱਤੇ ਆਉਣਾ ਚਾਹੋਗੇ ਵੀ ਕਿੰਨਾ ਖਰਚਾ ਆਉਂਦਾ ਹੈ ਪੀਟੀਸੀ ਨੂੰ ਗੁਰਬਾਣੀ ਦੇ ਟੈਲੀਕਾਸਟ ਦਾ? ਰਿਤੇਸ਼ ਕੈਨ ਯੂ ਜੀ, ਕੁਆਂਟੀਫਾਈ? ਮੈਂ ਬਤਾ ਦਿੰਦਾ ਜੀ, ਤੁਸੀਂ ਇੱਕ ਪ੍ਰੋਫੈਸ਼ਨਲ ਹੋ, ਤੁਹਾਨੂੰ ਪਤਾ ਹੈ ਇੱਕ ਕੈਮਰਾ ਬ੍ਰੌਡਕਾਸਟ ਵਾਲਾ ਸੋਨੀ ਦਾ ਕਿੰਨੇ ਦਾ ਆਂਦਾ ਹੈ? 15-15 ਲੱਖ ਦੇ ਕੈਮਰੇ ਹੈ, ਉੱਥੇ ਕਰੂ ਰਹਿੰਦਾ ਹੈ, 24 ਘੰਟੇ 20 ਬੰਦਿਆਂ ਦਾ ਕਰੂ ਰਹਿੰਦਾ ਹੈ। ਸਿਰਫ ਇਸ ਨਾਲ ਗੁਰਬਾਣੀ ਨਹੀਂ ਜਾਂਦੀ, ਸੈਟੇਲਾਈਟ ਟੈਲੀਕਾਸਟ ਦੀ ਪਰਮਿਸ਼ਨ ਲੈਣੀ ਪੈਂਦੀ ਹੈ, ਤੁਹਾਨੂੰ ਸੈਟੇਲਾਈਟ ਟਰਾਂਸਪੌਂਡਰ ਦੇ ਉੱਤੇ ਸਪੇਸ ਲੈਣੀ ਪੈਂਦੀ ਹੈ, ਇੰਟਰਨੈਸ਼ਨਲੀ ਹਾਇਰ ਕਰਨੇ ਪੈਂਦੇ ਹੈ, ਲੀਜ਼ ਲਾਈਨਾਂ ਲਗਾਉਣੀ ਪੈਂਦੀਆਂ, ਇੱਥੋਂ ਸਿਗਨਲ ਉਹਨਾਂ ਅਦਾਰਿਆਂ ਤੱਕ ਪਹੁੰਚਾਉਣ ਲਈ ਜਿਹੜੇ US, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂਰਪ ਸਭ ਪਾਸੇ ਦੇਣਗੇ। ਉਹਨਾਂ ਦਾ ਪਲੇਆਊਟ ਟੈਕਨੋਲੋਜੀ ਕਾਫੀ ਅਫੋਰਡੇਬਲ ਹੋ ਚੁੱਕੀ ਹੈ ਹੁਣ ਇਨ ਟਰਮਸ ਆਫ ਆ ਜਿਹੜੀ ਰਿਲੀਜ਼ ਲਾਈਨ ਕਨੈਕਟੀਵਿਟੀ, ਇਹ ਸਾਰੀਆਂ ਚੀਜ਼ਾਂ ਦੀ ਕਾਸਟ ਹੋ ਨਹੀਂ ਰਹੀ ਜੋ ਕਿ 90s ਦੇ ਵਿੱਚ, ਲੇਟ 90s ਜਾਂ अर्ली 2000 ਦੇ ਵਿੱਚ ਹੋਇਆ ਕਰਦੀ ਸੀ। ਸੋ ਦ ਕਾਸਟ ਮਸਟ ਬੀ ਡਾਊਨ। ਮੈਂ ਇਸ ਮੈਰਿਟ ਤੇ ਜਾਣਾ ਨਹੀਂ ਚਾਹੁੰਦਾ ਜੀ ਕਿੰਨੀ ਕਾਸਟ ਹੈ ਕਿੰਨੀ ਨਹੀਂ ਹੈ। ਕਾਸਟ ਪਏਗੀ ਨਾ, 1 ਰੁਪਿਆ ਵੀ ਪਏਗੀ, ਗੁਰੂ ਦੀ ਗੋਲਕ ਚੋਂ 1 ਰੁਪਿਆ ਨਿਕਲੇਗਾ ਤਾਂ ਹੀ ਪਹੁੰਚੂਗੀ ਨਾ ਇਹ। ਇੱਥੇ ਆਪਾਂ ਗੁਰੂ ਦੀ ਗੋਲਕ ਪਾ ਰਹੇ ਹਾਂ ਤਕਰੀਬਨ 2 ਕਰੋੜ ਸਾਲ ਦਾ, ਤੇ ਪਾ ਰਹੇ ਫਿਜ਼ੀਕਲੀ। ਦੂਜੀ ਗੱਲ, ਬਹੁਤ ਵੱਡੀ ਗੱਲ ਮੈਂ ਅੱਜ ਤੁਹਾਨੂੰ ਦੱਸਦਾ ਤੁਹਾਡੇ ਜ਼ਰੀਏ, ਜਿੰਨੇ ਵੀ ਬਾਕੀ ਦੇ ਚੈਨਲ ਹੈ ਤੇ ਜਿੰਨੇ ਵੀ ਬਾਕੀ ਦੇ ਗੁਰਦੁਆਰੇ ਹੈ, ਉਹ ਪੈਸੇ ਦਿੰਦੇ ਆ ਚੈਨਲਾਂ ਨੂੰ ਗੁਰਬਾਣੀ ਚਲਾਉਣ ਦੇ, ਪੈਸੇ ਦਿੰਦੇ ਆ। 1.25 ਕਰੋੜ ਤੋਂ 1.5 ਕਰੋੜ ਰੁਪਇਆ ਦਿੱਲੀ ਕਮੇਟੀ ਦਿੰਦੀ ਹੈ, 1.5 ਕਰੋੜ ਦੇ ਕਰੀਬ ਪਟਨਾ ਸਾਹਿਬ ਦਿੰਦੀ ਹੈ, ਹੇਮਕੁੰਡ ਸਾਹਿਬ 50 ਲੱਖ ਦਿੰਦੇ ਸੀ ਸਾਲ ਦਾ ਗੁਰਬਾਣੀ ਚਲਾਉਣ ਦਾ। ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਸਭ ਨੂੰ ਪਤਾ ਕਿਹੜੇ ਕਿਹੜੇ ਚੈਨਲ ਹੈ ਤੇ ਕਿਹੜੀ ਕਿਹੜੀ ਕਮੇਟੀਆਂ ਕਿੰਨੇ ਪੈਸੇ ਦਿੰਦੀਆਂ। ਪਾਓ RTI, ਪਾਓ ਇਨਫੋਰਮੇਸ਼ਨ, ਬੈਲੈਂਸ ਸ਼ੀਟ ਚੈੱਕ ਕਰੋ ਉਹਨਾਂ ਦੀਆਂ। ਉਹ ਇਸ ਗੁਰੂ ਘਰ ਦੇ ਪੈਸਿਆਂ ਨਾਲ ਉਹ ਚੈਨਲ ਚੱਲ ਰਹੇ ਹੈ। ਪੀਟੀਸੀ ਗੁਰੂ ਘਰ ਦੇ ਪੈਸੇ ਨਾਲ ਨਹੀਂ ਚੱਲਦਾ, ਗੁਰੂ ਘਰ ਨੂੰ ਕੰਟਰੀਬਿਊਟ ਕਰਦਾ ਹੈ। ਗੁਰੂ ਘਰ ਬੱਚਿਆਂ ਨੂੰ ਸਿੱਖਿਆ ਦੇ ਸਕੇ, ਐਜੂਕੇਸ਼ਨ ਫੰਡ ਨੂੰ ਪੈਸੇ ਦਿੰਦਾ ਹੈ ਕਿ ਬੱਚਿਆਂ ਨੂੰ ਫ੍ਰੀ ਪੜ੍ਹਾ ਸਕੋ ਤੁਸੀਂ। 1 ਵੀ ਰੁਪਇਆ ਕੋਈ ਪ੍ਰੂਵ ਕਰਦੇ, ਮੈਂ ਕਹਿੰਦਾ 1 ਕਰੋੜ ਦਾ ਇਨਾਮ, 1 ਰੁਪਇਆ ਕੋਈ ਵੀ ਪ੍ਰੂਵ ਕਰ ਦੇ ਕਿ SGPC ਨੇ ਪੀਟੀਸੀ ਨੂੰ ਕਦੇ ਦਿੱਤਾ ਹੋਵੇ ਕਿਸੇ ਚੀਜ਼ ਦਾ 1 ਰੁਪਈਆ ਵੀ। SGPC ਨੂੰ ਬਜਾਏ ਇਸਕੇ ਕਿ ਉਹਨਾਂ ਦੀ ਸ਼ਲਾਘਾ ਕੀਤੀ ਜਾਏ ਕਿ ਉਹਨਾਂ ਨੇ ਗੁਰੂ ਦੀ ਗੋਲਕ ਚੋਂ 1 ਰੁਪਈਆ ਨਹੀਂ ਖਰਚ ਹੋਣ ਦਿੱਤਾ ਆਪਣੇ ਮੈਸੇਜ ਨੂੰ ਦੁਨੀਆ ਭਰ ਚ ਪਹੁੰਚਾਉਣ ਲਈ। ਅੱਜ ਕ੍ਰਿਟਿਸਾਈਜ਼ ਕਰ ਰਹੇ ਆਪਾਂ ਉਹਨਾਂ ਨੂੰ ਕਿ SGPC ਚ ਕਪਲੇ ਹੋ ਰਹੇ ਹੈ, ਫਲਾਣਾ ਹੋ ਰਿਹਾ, ਡਿਮਕਾਣਾ ਹੋ ਰਿਹਾ। ਲੈ ਜਾਓ ਨਾ ਕੋਰਟ SGPC ਨੂੰ, ਕਿਉਂ ਨਹੀਂ ਲੈ ਕੇ ਜਾਂਦੇ? ਸਿੱਖ ਜੁਡੀਸ਼ੀਅਲ ਕਮਿਸ਼ਨ ਬਣਿਆ ਹੋਇਆ ਹੈ, ਇਹ ਜਿਹੜੇ ਸਿੱਖੀ ਦੇ ਠੇਕੇਦਾਰ ਬਣੇ ਘੁੰਮ ਰਹੇ ਹੈ, ਕਿਸਨੇ ਮੈਂਡੇਟ ਦਿੱਤੀ ਇਹਨਾਂ ਨੂੰ? ਕਿਹਨੇ ਦਿੱਤੀ ਜੀ? ਲੋਕਾਂ ਨੇ ਮੈਂਡੇਟ ਚੁਣ ਕੇ SGPC ਨੂੰ ਦਿੱਤੀ। ਇਹਨਾਂ ਨੂੰ ਮੈਂਡੇਟ ਹੈ ਕੋਰਟ ਲੈ ਕੇ ਜਾਓ, ਲੈ ਕੇ ਜਾਓ SGPC ਨੂੰ ਕੋਰਟ। ਮੈਂ ਦੇਖਦਾ ਜੀ ਹਿੰਮਤ ਕਿਉਂ ਨਹੀਂ ਕਰਦੇ? ਇਹ ਆਪਣੀ ਰਿਪੋਰਟਾਂ ਬਣਾ ਕੇ ਜਾਰੀ ਕਰੀ ਜਾਂਦੇ ਆ, ਇਹ ਗੋਕ ਕਰ ਲਈ, ਉਹ ਗੋਕ ਕਰ ਲਈ, ਝੂਠੀਆਂ, ਇੱਕ ਫੈਕਟ ਝੂਠਾ ਲੈ ਕੇ ਚੱਲਣ ਕੋਰਟ। ਸਾਨੂੰ ਲੈ ਕੇ ਚਲੋ ਨਾ ਜੀ ਕੋਰਟ। ਇੱਥੇ ਨਹੀਂ, ਦੁਨੀਆ ਭਰ ਦੀ ਕਿਸੇ ਵੀ ਜਿਹੜੇ ਮੁਲਕ ਵਿੱਚ ਆਪਾਂ ਆਪਰੇਟ ਕਰਦੇ ਆ, ਉਸ ਮੁਲਕ ਦੇ ਕਾਨੂੰਨ ਨੂੰ ਸਿਰ ਮੱਥੇ ਤੇ ਰੱਖ ਕੇ ਸਾਰਾ ਕੰਮ ਕਰਦੇ ਆ। ਇਹ ਉਸ ਮੁਲਕ ਦੇ ਕਾਨੂੰਨ ਨੂੰ ਟਿੱਕੇ ਤੇ ਟੰਗਦੇ ਆ, ਇਸ ਕਰਕੇ ਬੈਨ ਹੁੰਦੇ ਆ। ਅੱਜ ਤੁਸੀਂ ਹੁਣੇ ਪੜਿਆ ਹੋਣਾ, ਸਿੱਖੀ ਦਾ ਚੈਨਲ ਆਪਣੇ ਆਪ ਨੂੰ ਕਹਿੰਦਾ ਸੀ ਬੈਨ ਹੋ ਗਿਆ UK ਦੇ ਵਿੱਚ। ਸਿੱਖ ਸਿਆਸਤ.com ਜਿਹੜੀ ਵੱਧ ਚੜ ਕੇ ਉੱਥੇ ਪ੍ਰੈਸ ਕਾਨਫਰੰਸ ਕਰਦੀ, ਇੰਡੀਆ 'ਚ ਬੈਨ ਹੈ। ਕੀ ਚਾਹੁੰਦੇ ਆਪਾਂ? ਇਸ ਤਰ੍ਹਾਂ ਦੇ ਅਦਾਰਿਆਂ ਨੂੰ ਗੁਰਬਾਣੀ ਦਿੱਤੀ ਜਾਵੇ ਜੋ ਕਦੋਂ ਚੱਲਣਗੇ, ਕਦੋਂ ਬੰਦ ਹੋ ਜਾਣਗੇ। ਮੈਂ ਤੁਹਾਨੂੰ ਫੋਟੋਗ੍ਰਾਫ ਦਿਖਾਵਾਂ ਗੁਰਬਾਣੀ ਦਾ ਹੋ ਕੀ ਰਿਹਾ ਸੀ। ਇੱਕ ਚੀਜ਼ ਦੇਖੋ ਤੁਸੀਂ ਤੇ ਮੈਨੂੰ ਦੱਸ ਦਿਓ ਕਿ ਇਹ ਗੁਰਬਾਣੀ ਦਾ ਹਸ਼ਰ ਹੋਣਾ ਚਾਹੀਦਾ ਜੇ ਆਪਾਂ ਕਿਸੇ ਨੂੰ ਰੋਕ ਦਿੰਦੇ ਆ। ਇਹ ਵੇਖੋ, ਇਹ ਗੁਰਬਾਣੀ ਚੋਰੀ ਕਰਕੇ ਦਿਖਾ ਰਹੇ ਹੈ। ਇੱਥੇ ਲਿਖ ਰਹੇ ਹੈ ਪੇਟੀਐਮ, ਇਹਦੇ ਨੰਬਰ ਤੇ ਭੇਟਾਂ ਭੇਜੋ। ਕਿਉਂ ਭੇਟਾਂ ਭੇਜੋ? ਕਿਹੜਾ ਚੈਨਲ ਹੈ ਜੀ? ਇਹ ਵੈਬ ਤੇ ਚੱਲ ਰਹੇ ਜੀ। ਇਹ ਲਿਖੋ ਪੇਟੀਐਮ ਦੇ ਨੰਬਰ, ਇਹ ਨੰਬਰ ਦੇਖੋ, ਇਹ ਚੱਲ ਕੀ ਰਿਹਾ ਹੈ PTC ਦਾ ਸਿਗਨਲ। ਸਬਸਕ੍ਰਾਈਬ ਕਰੋ, ਇਸ ਨੰਬਰ ਤੇ ਮਾਇਆ ਭੇਜੋ। ਇਹ ਵੇਖੋ ਜਦੋਂ ਇਹਨਾਂ ਨੂੰ ਅੱਛਾ ਵੈਬ ਚੈਨਲ ਪੈਸਾ ਇਕੱਠਾ ਕਰ ਰਹੇ ਹੈ। ਓਕੇ ਇਹ ਦੇਖੋ, ਸਿਰਫ ਪੈਸਾ ਨਹੀਂ ਇਕੱਠਾ ਕਰ ਰਹੇ। ਮੈਂ ਤੁਹਾਨੂੰ ਇੱਕ ਹੋਰ ਚੀਜ਼ ਦਿਖਾਵਾਂ ਅੱਜ। ਇਹ ਅਵਿਨਾਸ਼ ਕੌਰ, ਗੋਲਡਨ ਟੈਂਪਲ ਦਰਬਾਰ ਸਾਹਿਬ, ਸਾਡੀ ਫੋਟੋ ਲਗਾਈ ਹੋਈ ਹੈ। ਇੱਥੇ ਗੁਰਬਾਣੀ ਦਾ ਇਹ ਚੋਰੀ ਕਰ ਕਰਕੇ ਪ੍ਰਸਾਰ ਕਰਦੇ ਹੈ। ਇਹ ਕੌਣ ਹੈ ਜੀ? ਅਵਿਨਾਸ਼ ਕੌਰ। ਇਹ ਰਹੀ ਸਮਾਰਟ ਪੂਜਾ, ਤਸਵੀਰ ਦੇਖ ਲਓ ਜੇ ਕੋਈ ਫਰਕ ਲੱਗ ਰਿਹਾ ਹੋਵੇ। ਸਮਾਰਟ ਪੂਜਾ ਪੋਰਨੋਗ੍ਰਾਫੀ ਦੀ ਸਾਈਟ ਚਲਾਉਂਦੀ ਹੈ। ਇਹ ਰਹੀ, ਇਹ ਪੋਰਨੋਗ੍ਰਾਫੀ ਚਲਾਉਂਦੇ ਆ ਲੋਕਾਂ ਨੂੰ, ਪੋਲੇ ਵਾਲੇ ਲੋਕਾਂ ਨੂੰ ਗੁਰਬਾਣੀ ਦਿਖਾ ਕੇ ਆਪਣੇ ਪੇਜ ਤੇ ਲਾਉਂਦੇ ਆ। ਉੱਥੇ ਨੰਗੀਆਂ ਕੁੜੀਆਂ ਉੱਤੇ ਪੋਰਨੋਗ੍ਰਾਫਿਕ ਵੀਡੀਓਜ਼ ਵੇਚ ਕੇ ਪੈਸਾ ਕਮਾਉਂਦੇ ਆ। ਇਹ ਚੱਲਣਾ ਚਾਹੀਦਾ। ਜਥੇਦਾਰ ਅਕਾਲ ਤਖਤ ਨੂੰ ਆਪਾਂ ਚਿੱਠੀ ਲਿਖ ਕੇ ਇਹ ਸ਼ਿਕਾਇਤ ਕੀਤੀ ਸੀ, ਇਹਦੇ ਤੇ ਐਕਸ਼ਨ ਲਓ। ਅੱਜ ਤੱਕ ਐਕਸ਼ਨ ਨਹੀਂ ਹੋਇਆ। ਕਿਉਂ ਨਹੀਂ ਹੋਇਆ ਜੀ? ਕਿਉਂ ਅਕਾਲ ਤਖਤ ਨੂੰ ਪ੍ਰੈਸ਼ਰ ਡਾਲਾ ਜਾਂਦਾ ਹੈ ਕਿ ਸਹੀ ਚੀਜ਼ ਨੂੰ ਬੰਦ ਕਰੋ ਤੇ ਗਲਤ ਚੀਜ਼ ਨੂੰ ਚੱਲਣ ਦਿਓ? ਅੱਜ ਤੱਕ SGPC ਕਿਉਂ ਨਹੀਂ ਬੰਦ ਕਰਾ ਸਕੀ ਇਹ ਸਾਰਾ ਕੁਝ? ਇਹ ਜਿਹੜੇ WhatsApp ਤੇ ਮਾਇਆ ਇਕੱਠਾ ਕਰ ਰਹੇ ਹੈ, ਦਰਬਾਰ ਸਾਹਿਬ ਦੀ ਬਾਣੀ ਦਾ ਰਿਲੇ ਚੋਰੀ ਕਰਕੇ
ਇਹ ਕਿਉਂ ਨਹੀਂ ਇਹਨਾਂ ਦੇ ਖਿਲਾਫ ਐਕਸ਼ਨ ਹੋਇਆ ਅੱਜ ਤੱਕ? ਪੋਰਨੋਗ੍ਰਾਫਿਕ ਸਾਈਟ ਜਿਹੜੀ ਗੁਰਬਾਣੀ ਚਲਾ ਰਹੀ ਹੈ, ਇਹ ਕਹਿ ਰਹੇ ਸਭ ਲਈ ਖੋਲ ਦੋ, ਇਹੀ ਹੁੰਦਾ ਜੇ ਸਾਰੇ ਲਈ ਖੋਲਾਓ। ਪੋਰਨੋਗ੍ਰਾਫੀ ਵੀ ਵਿਕੇਗੀ, ਪੈਸੇ ਵੀ ਲਏ ਜਾਣਗੇ, ਮਾਇਆ ਇਕੱਠੀ ਹੋਊਗੀ ਗੁਰਬਾਣੀ ਦੇ ਨਾਂ ਤੇ। ਉਹ ਮਾਇਆ ਜਾਊਗੀ ਕਿੱਥੇ? ਲੋਕਾਂ ਦੀ ਜੇਬਾਂ 'ਚ। ਇਹ ਜਿਹੜੇ ਬੈਠੇ ਉੱਥੇ ਪ੍ਰੈਸ ਕਾਨਫਰੰਸਾਂ ਕਰ ਰਹੇ ਹੈ, ਇਹ ਚਾਹੁੰਦੇ ਆ ਇਹਨਾਂ ਨੂੰ ਆਪਣੀ ਜੇਬਾਂ ਭਰਨੀਆਂ ਇਹ ਕਰਕੇ। ਇਹਨਾਂ ਨੂੰ ਦਰਦ ਹੁੰਦਾ ਕਿਉਂਕਿ ਇਹਨਾਂ ਦਾ ਧੰਦਾ ਬੰਦ ਹੋ ਜਾਂਦਾ। ਕਿਸੇ ਆਮ ਆਦਮੀ ਨੂੰ ਕਿਉਂ ਨਹੀਂ ਚਿੰਤਾ ਜੀ? ਇੱਕ ਗੱਲ ਮੈਨੂੰ ਇਹ ਦੱਸੋ, ਇਹ ਬਹੁਤ ਜ਼ਿਆਦਾ ਪੈਰੋਕਾਰ ਹੈ ਨਾ ਗੁਰੂ ਦੀ ਬਾਣੀ ਦੇ। ਇਹਨਾਂ ਨੂੰ ਲਿੰਕ ਮਿਲਿਆ ਹੋਇਆ ਜੀਪੀਸੀ ਦੀ ਵੈਬਸਾਈਟ ਦਾ, ਆਡੀਓ ਦਾ, ਪੀਟੀਸੀ ਦਾ ਲਿੰਕ ਮਿਲਿਆ ਹੋਇਆ, YouTube ਦਾ ਵੀ, Facebook ਦਾ ਵੀ, ਹਰ ਚੀਜ਼ ਦਾ ਲਿੰਕ ਹੈ ਨਾ। ਸ਼ੇਅਰ ਕਰ ਲਓ ਨਾ ਲਿੰਕ। ਲਿੰਕ ਕਿਉਂ ਨਹੀਂ ਸ਼ੇਅਰ ਕਰਦੇ? ਕਿਉਂਕਿ ਪੈਸੇ ਆਪ ਕਮਾਉਣੇ ਆ ਚੋਰੀ ਕਰਕੇ, ਗੁਰੂ ਦੀ ਚੋਰੀ ਕਰਕੇ, ਗੁਰਬਾਣੀ ਚੋਰੀ ਕਰਕੇ, ਲੋਕਾਂ ਨੂੰ ਚੋਰੀ ਕਰਕੇ ਸਿਖਾਉਂਦੇ ਆ, ਚੋਰੀ ਕਰਕੇ ਆਪਣੀ ਦੁਕਾਨ ਚਲਾਉਂਦੇ ਆ। ਦਰਦ ਇਹ ਹੋ ਰਿਹਾ ਹੈ ਕਿ ਮਾਇਆ ਕਮਾਉਣ ਵਾਲੀ, ਇਹ ਸੈਕਸ ਦਾ ਧੰਦਾ ਚਲਾਉਣ ਵਾਲੀ ਦੁਕਾਨਾਂ ਬੰਦ ਹੋ ਜਾਂਦੀਆਂ। ਜਦੋਂ ਬੰਦ ਹੋ ਜਾਂਦੀਆਂ ਤਾਂ ਇਹਨੂੰ ਪੀੜ ਹੁੰਦੀ। ਮੈਂ ਪੁੱਛਣਾ ਚਾਹੁੰਦਾ, ਭਾਰਤ ਸਰਕਾਰ ਨੇ ਕਿਉਂ ਬੈਨ ਕੀਤਾ ਇਹਨੂੰ? ਦੱਸਣ ਲੋਕਾਂ ਨੂੰ ਕਿਉਂ। 10,000 ਦੇ ਕੈਪੀਟਲ ਵਾਲੀ ਕੁੜੀ ਜਿਹੜੀ ਪੀਟੀਸੀ 'ਚ ਨੌਕਰੀ ਕਰਦੀ ਸੀ ਪਹਿਲਾਂ, ਇੱਥੇ ਹੀ ਸਿੱਖਦੀ ਸੀ ਕੰਮ, ਉਹ ਅੱਜ ਬਹਿ ਕੇ ਦੱਸ ਰਹੀ ਹੈ ਕਿ ਕਿਵੇਂ ਚੱਲੂਗੀ ਗੁਰਬਾਣੀ, ਕਿਸ ਤਰ੍ਹਾਂ ਚੱਲ ਸਕਦੀ ਹੈ। 23 ਸਾਲ ਜਿਸ ਟੀਮ ਨੇ ਆਪਣੇ ਜ਼ਿੰਦਗੀ ਦੇ ਲਾਏ, ਜਿਹੜੀ ਟੀਮ ਉੱਥੇ ਕੈਮਰਾ ਚਲਾਉਂਦੀ ਹੈ, ਉਹ ਅੱਜ ਦੇ ਨਹੀਂ ਲੱਗੇ ਹੋਏ। ਬੱਚੇ ਸੀਗੇ ਜਦੋਂ ਆਏ ਸੀ, ਅੱਜ ਉਹਨਾਂ ਦੇ ਬੱਚੇ ਹੋ ਗਏ। 23 ਸਾਲ ਉਹਨਾਂ ਦੀ ਕੀ ਜ਼ਿੰਦਗੀ ਹੈ ਰੋਜ਼ ਦੀ। 2:30 ਵਜੇ ਸੋ ਕੇ ਉੱਠਦੇ ਆ, 3 ਵਜੇ ਕੈਮਰੇ ਲਾਉਂਦੇ ਆ, 3:30 ਵਜੇ ਟੈਲੀਕਾਸਟ ਸ਼ੁਰੂ ਕਰਦੇ ਆ। ਜਦੋਂ ਤੱਕ ਕਥਾ ਦੀ ਸਮਾਪਤੀ ਨਹੀਂ ਹੁੰਦੀ ਖੜੇ ਰਹਿੰਦੇ ਆ। ਪਾਣੀ ਵੀ ਨਹੀਂ ਪੀ ਸਕਦੇ, ਜਾ ਨਹੀਂ ਸਕਦੇ ਕਿਤੇ, ਜ਼ਮੀਨ ਤੇ ਪੈਂਦੇ ਆ, ਚੇਅਰ ਵੀ ਨਹੀਂ ਲੱਗੀ ਹੋਈ ਉੱਥੇ। ਪੂਰੀ ਮਰਿਆਦਾ ਨਾਲ ਕੰਮ ਕਰਦੇ ਆ। ਤੇ ਬੜਾ ਫਖਰ ਹੈ ਸਾਨੂੰ, ਪੌੜੀਆਂ ਤੇ ਗੁਰਬਾਣੀ ਦੇ ਸ਼ਬਦ ਉਹਨਾਂ ਨੂੰ ਹੋਰਾਂ ਤੋਂ ਜ਼ਿਆਦਾ ਆਉਂਦੇ ਆ। ਇਹ ਜਿਹੜੇ ਧਰਮ ਦੇ ਠੇਕੇਦਾਰ ਮਿਲਦੇ ਆ ਜੀ, ਇਹ ਬਹਿਸ ਕਰ ਲੈਣ ਸਾਡੇ ਕਿਸੇ ਟੀਮ ਮੈਂਬਰ ਨਾਲ ਧਰਮ ਬਾਰੇ, ਇਹ ਪ੍ਰੂਵ ਕਰਨ ਨਾ ਕਿ ਇਹਨਾਂ ਦਾ ਕੋਈ ਇਹਨਾਂ ਦਾ ਮਾਇਆ ਇਕੱਠਾ ਕਰਨ ਦਾ, ਮਸ਼ਹੂਰੀ ਕੱਟਣ ਦਾ ਇਰਾਦਾ ਨਹੀਂ ਹੈ। ਜੇ ਨਹੀਂ ਹੈ ਤੇ ਲਿੰਕ ਸ਼ੇਅਰ ਕਰੋ ਨਾ, ਐਸਜੀਪੀਸੀ ਦੀ ਵੈਬਸਾਈਟ ਦਾ ਲਿੰਕ ਸ਼ਰੋ ਸ਼ੇਅਰ, ਪੀਟੀਸੀ ਦਾ ਲਿੰਕ ਸ਼ੇਅਰ ਕਰਨਾ, ਕੋਈ ਸ਼ੇਅਰ ਨਹੀਂ। ਬਿਲਕੁਲ ਠੀਕ ਗੱਲ ਹੈ, ਤੁਹਾਡੀ ਵੈਲਿਡ ਗੱਲ ਹੈ। ਲੇਕਿਨ ਕਮ 2023 2023 ਤੋਂ ਬਾਅਦ ਆਰ ਯੂ ਰੈਡੀ ਟੂ ਪਾਰਟ ਅਵੇ ਵਿਦ ਦ ਰਾਈਟਸ ਟੂ ਗੁਰਬਾਣੀ, ਜਾਂ ਤੁਸੀਂ ਚਾਹੋਗੇ ਸੇਵਾ ਤੁਹਾਨੂੰ ਵੀ ਮਿਲਦੀ ਰਹੇ? ਐਂਡ ਦ ਫੈਕਟ ਦੈਟ ਦਿਸ ਚੈਨਲ ਪੀਟੀਸੀ ਬਿਲੋਂਗਸ ਟੂ ਸੁਖਬੀਰ ਸਿੰਘ ਬਾਦਲ, ਇਹ ਇੱਕ ਕਨਫਲਿਕਟ ਆਫ ਇੰਟਰਸਟ ਵੀ ਆਉਂਦਾ ਹੈ ਵੀ ਉਹੀ ਪਾਰਟੀ ਜਿਸ ਦਾ ਐਸਜੀਪੀਸੀ ਉੱਤੇ ਹੋਲਡ ਹੈ, ਉਸੇ ਦੇ ਚੈਨਲ ਨੂੰ ਰਾਈਟ ਦਿੱਤੇ ਗਏ ਨੇ। ਇਹ ਜਿਹੜਾ ਕਨਫਲਿਕਟ ਆਫ ਇੰਟਰਸਟ ਹੈ, ਇੱਕ ਅਨਡਿਊ ਅਨਫੇਅਰ ਐਡਵਾਂਟੇਜ ਕੰਪੀਟੀਟਿਵ ਹੈ, ਇਹ ਇੱਕ ਬਹੁਤ ਵੱਡਾ ਸਵਾਲ ਦਾ ਦਾਇਰਾ ਹੈ। ਸੋ ਠੀਕ ਹੈ, ਜੇ ਤੁਸੀਂ ਇੱਕ ਚੰਗੀ ਬਿਡ ਦਿੰਦੇ ਹੋ, ਚੰਗੀ ਸਰਵਿਸਿਜ਼ ਦਿੰਦੇ ਹੋ, ਤਾਂ ਯੂ ਡਿਜ਼ਰਵ, ਯੂ ਕੁਆਲੀਫਾਈ ਟੂ ਬੀ ਦ ਬ੍ਰੌਡਕਾਸਟਰ। ਲੇਕਿਨ ਹੋਰਾਂ ਨੂੰ ਮੌਕਾ ਮਿਲਣਾ ਚਾਹੀਦਾ ਤੇ 2023 ਦੇ ਵਿੱਚ ਇਹ ਚੀਜ਼ ਕਲੀਅਰ ਹੋਏਗੀ। ਆਰ ਯੂ ਓਪਨ ਟੂ ਦ ਰਾਈਟਸ ਗੋਇੰਗ ਅਵੇ ਫਰਮ ਯੂ? ਦੋ ਚੀਜ਼ਾਂ। ਪਹਿਲੀ ਚੀਜ਼, ਗੁਰਬਾਣੀ ਦੇ ਬਿਡ ਟੈਂਡਰ, ਗੁਰਬਾਣੀ ਵੇਚਣ ਦੀ ਚੀਜ਼ ਹੈ। ਇਹ ਜਿਹੜਾ ਥੈਲੀ ਲੈ ਕੇ ਆਵੇ, ਇਹਨੂੰ ਲੈ ਕੇ ਚਲਾ ਜਾਵੇ। ਕੱਲ ਨੂੰ ਕੋਈ US ਦਾ, ਕੋਈ ਚਰਚ ਦਾ ਬੰਦਾ ਥੈਲੀ ਰੱਖੇ, ਉਹ ਰਾਈਟ ਲੈ ਜਾਵੇ। ਇਹ ਹੀ ਹੋਇਆ ਸੀ ਪਹਿਲਾਂ। ਨਹੀਂ, ਲੇਕਿਨ ਕੋਈ ਪੈਮਾਨਾ ਵੀ ਤਾਂ ਰਵਿੰਦਰ ਜੀ, ਕੋਈ ਪੈਮਾਨਾ ਵੀ ਤਾਂ ਚਾਹੇਗਾ ਨਾ, ਫਿਰ ਕਿਹਨੂੰ ਦਿੱਤੀ ਜਾਂਦੀ ਹੈ? ਜੇ ਖਰੀਦੀ ਜਾਂ ਵੇਚੀ ਨਹੀਂ ਜਾ ਸਕਦੀ ਤਾਂ ਵੰਡੀ ਵੀ ਨਹੀਂ ਜਾ ਸਕਦੀ ਨਾ ਗੁਰਬਾਣੀ ਦਾ ਪ੍ਰਸਾਰਣ ਐਜ਼ ਅ ਰਾਈਟ। ਦੈਟ ਇਜ਼ ਦ ਪੁਆਇੰਟ। ਐਸਜੀਪੀਸੀ ਆਪਣਾ ਦਿਮਾਗ ਲਗਾ ਕੇ, ਗੁਰੂ ਗੋਲਕ ਦਾ ਪੈਸਾ ਬਚਾ ਕੇ, ਜਿਸ ਅਧਾਰੇ ਦੇ ਨਾਲ ਇਹ ਚਲਾ ਰਹੀ ਹੈ, ਉਹਦੇ ਨਾਲ ਸੰਗਤ ਨੂੰ ਕੋਈ ਪ੍ਰੋਬਲਮ ਹੈ? ਇਹ ਦੱਸੋ, ਪਹਿਲੀ ਗੱਲ। ਦੂਜੀ ਗੱਲ, ਇਹ ਸਾਡੇ ਲਈ ਇਮੋਸ਼ਨਲ ਚੀਜ਼ ਹੈ। 23 ਸਾਲ ਤੋਂ ਚਲਾ ਰਹੇ ਆਪਾਂ। ਮੈਂ ਚਾਹੁੰਦਾ ਵੀ ਗੁਰੂ ਦੀ ਸੇਵਾ ਹੈ, ਕਿਉਂ ਨਾ ਮਿਲੇ। ਜਿਹੜਾ ਬੰਦਾ ਬਾਲਟੀ ਲੈ ਕੇ ਪਰਿਕਰਮਾ ਸਾਫ਼ ਕਰਦਾ, ਉਹ ਕੀ ਕਹਿੰਦਾ? ਮੈਨੂੰ ਬਾਹਰ ਕੱਢ ਦੋ, ਮੈਂ ਨਹੀਂ ਅੱਜ ਬਾਲਟੀ ਪਾਵਾਂਗਾ ਇੱਥੇ, ਮੇਰੇ ਤੋਂ ਹੱਕ ਖੋਲੋ। ਉਹ ਚਾਹੂਗਾ ਕਦੇ ਦਿਲੋਂ? ਮੈਂ ਤਾਂ ਕਦੇ ਨਹੀਂ ਚਾਹਾਂਗਾ ਦਿਲੋਂ ਕਿ ਇਹ ਸੇਵਾ ਮੇਰੇ ਤੋਂ ਕੋਈ ਖੋ ਲਵੇ। ਇਹ ਗੁਰੂ ਨੂੰ ਦਿੱਤੀ ਹੈ, ਮੈਂ ਚਾਹੁੰਦਾ ਗੁਰੂ ਜਦੋਂ ਖੋਣਾ ਚਾਹੇਗਾ ਲੈ ਲੇਗਾ। ਇਹ ਸਕੀਮ ਲਗਾ ਕੇ, ਇੰਟਰੀਗ ਕਰਕੇ ਕੋਈ ਖੋਣਾ ਚਾਹੁੰਦਾ ਹੈ, ਵੀ ਵਿਲ ਫਾਈਟ ਇਟ ਆਊਟ, ਵੀ ਵਿਲ ਪ੍ਰੋਟੈਕਟ ਇਟ। ਮੈਂ ਅੱਜ ਗੱਲ ਦੱਸਾਂ, ਗੁਰਬਾਣੀ ਨੂੰ ਆਪਾਂ ਜੇ ਕੁਝ ਕੀਤਾ ਹੈ ਤਾਂ ਪ੍ਰੋਟੈਕਟ ਕੀਤਾ ਹੈ ਇਹਨਾਂ ਇਸ ਤਰ੍ਹਾਂ ਦੇ ਅਨਸਰਾਂ ਤੋਂ, ਜਿਹੜੇ ਇਹਨੂੰ ਵੇਚਦੇ ਸੀ, ਕੰਟਰੈਕਟਸ ਦੀ ਡੀਲ ਕਰਦੇ ਸੀ। ਬਹੁਤ ਵੱਡਾ ਅਦਾਰਾ ਸੀ, ਦੁਨੀਆ ਦੇਸ਼ ਦਾ ਸਭ ਤੋਂ ਵੱਡਾ ਅਦਾਰਾ ਸੀ, ਵੇਚ ਰਿਹਾ ਸੀ ਨਾ, ਪੈਸੇ ਕਮਾ ਰਿਹਾ ਸੀ ਨਾ, ਰੋਕਿਆ ਗਿਆ। ਅੱਜ ਬਾਦਲਾਂ ਨੂੰ ਗਾਲੀ ਦੇ ਰਹੇ ਹੋ, ਉਹਨਾਂ ਦੀ ਪੋਲਿਟਿਕਸ ਤੇ ਦੋ ਨਾ ਜੀ ਗੱਲ। ਬਾਦਲਾਂ ਨੇ ਪੀਟੀਸੀ ਦੇ ਜ਼ਰੀਏ ਐਸਜੀਪੀਸੀ ਤੋਂ ਕੁਝ ਲੈ ਲਿਆ ਜਾਂ ਐਸਜੀਪੀਸੀ ਨੂੰ ਦਿੱਤਾ? ਅੱਜ ਸਰਕਾਰ ਤੋਂ ਵੀ ਕਹਿੰਦੇ ਜੀ ਇਹਨਾਂ ਦੀ ਸਰਕਾਰ ਸੀ 10 ਸਾਲ, 1 ਰੁਪਇਆ ਵੀ ਬਾਦਲਾਂ ਨੇ ਆਪਣੇ ਚੈਨਲ ਨੂੰ ਦਵਾਇਆ? ਐਸ ਪੀਟੀਸੀ ਅਦਾਰਾ ਤੇ ਸਾਨੂੰ ਨੁਕਸਾਨ ਹੈ, ਬਾਦਲਾਂ ਦਾ ਨਾਮ ਹੋਣ ਕਰਕੇ ਸਾਨੂੰ ਤਾਂ ਨੁਕਸਾਨ ਹੋਇਆ। ਪੀਟੀਸੀ ਨੂੰ ਨਾ ਗਵਰਨਮੈਂਟ ਦੇ ਐਡ ਮਿਲੇ, ਕਦੇ 1 ਰੁਪਏ ਦੇ ਵੀ ਫ੍ਰੀ ਚਲਾਣੇ ਪੈਂਦੇ ਸੀ, ਸਾਰਾ ਕੁਝ, ਕੋਈ ਇਨਕਮ ਨਹੀਂ। ਗੁਰਬਾਣੀ ਕਦੇ ਵੇਚੀ? 1 ਰੁਪਏ ਦੀ ਐਡ ਲਿੱਤੀ, ਅੱਜ ਲੈਣਾ ਚਾਹਣ ਕਰੋੜ ਰੁਪਏ ਵੀ ਲੋਕ ਦੇਣ ਨੂੰ ਤਿਆਰ ਹੋ ਜਾਣਗੇ, ਦਿਨ ਦਾ ਹੋ ਜਾਣ। ਇਹ ਜਿਹੜੇ ਰਾਈਟਸ ਹੁੰਦੇ ਨੇ ਜੀ ਰਵਿੰਦਰ ਜੀ, ਰਾਈਟਸ ਹੁੰਦੇ ਨੇ, ਚਾਹੇ ਕ੍ਰਿਕਟ ਦੇ ਰਾਈਟ ਹੋਣ, ਚਾਹੇ ਕਬੱਡੀ ਟੂਰਨਾਮੈਂਟਾਂ ਦੇ ਰਾਈਟ ਹੋਣ, ਚਾਹੇ ਚਲੋ ਗੁਰਬਾਣੀ ਤਾਂ ਖੈਰ ਬਹੁਤ ਹੀ ਪਵਿੱਤਰ ਪਾਵਨ ਚੀਜ਼ ਹੈ, ਲੇਕਿਨ ਇਹ ਰਾਈਟਸ ਦੀ ਜਿਹੜੀ ਵੰਡ ਹੁੰਦੀ ਹੈ, ਇਸ ਨੂੰ ਫੇਵਰ ਮੰਨਿਆ ਜਾਂਦਾ ਹੈ, ਇਸ ਨੂੰ ਫੇਵਰ ਮੰਨਿਆ ਜਾਂਦਾ। ਤੇ ਜਦੋਂ ਅਕਾਲੀ ਦਲ ਦੀ ਸਰਕਾਰ ਹੁੰਦੀ ਹੈ ਤੇ ਕਬੱਡੀ ਦੇ ਟੂਰਨਾਮੈਂਟਾਂ ਦੇ ਰਾਈਟਸ ਵੀ ਪੀਟੀਸੀ ਨੂੰ ਦੇ ਜਾਂਦੇ, ਤੇ ਉਸ ਉੱਤੇ ਵੀ ਇਤਰਾਜ਼ ਉੱਠੇ। ਬਹੁਤ ਚੰਗੀ ਗੱਲ ਤੁਸੀਂ ਕਹੀ, ਕਬੱਡੀ ਦੇ ਰਾਈਟਸ ਹੁੰਦੇ ਆ। ਜਦੋਂ ਬਾਦਲਾਂ ਦੀ ਸਰਕਾਰ ਨਹੀਂ ਸੀ
ਕਾਂਗਰਸ ਦੀ ਸੀ, ਟੈਂਡਰ ਕੀਤਾ ਇਹਨਾਂ ਨੇ, ਕੋਈ ਸਾਹਮਣੇ ਨਹੀਂ ਆਇਆ। ਫਿਰ ਟੈਂਡਰ ਕਿਹਨੂੰ ਮਿਲਿਆ? ਪੀਟੀਸੀ ਨੂੰ। ਪੀਟੀਸੀ ਨੂੰ ਜਦੋਂ ਬਾਦਲ ਸੀਗੇ, ਪੀਟੀਸੀ ਨੂੰ ਪੈਸਾ ਨਹੀਂ ਦਿੰਦੀ ਸੀ ਸਰਕਾਰ, ਪੀਟੀਸੀ ਤੋਂ ਲੈਂਦੀ ਸੀ 90 ਲੱਖ ਰੁਪਈਆ। ਬਾਦਲਾਂ ਨੇ ਪੀਟੀਸੀ ਤੋਂ ਲੈ ਕੇ ਸਰਕਾਰ ਦੇ ਵਿੱਚ ਜਮ੍ਹਾਂ ਕਰਵਾਇਆ। ਕਿਸੇ ਹੋਰ ਚੈਨਲ ਨੇ ਕਿਉਂ ਨਹੀਂ ਕੀਤਾ? ਬਿਡ ਕਿਉਂ ਨਹੀਂ ਭਰੀ? 3 ਬਿਡ ਹੁੰਦੀ, ਪਹਿਲਾ ਟੈਂਡਰ ਹੁੰਦਾ ਸੀ ਕੋਈ ਨਹੀਂ ਆਂਦਾ ਸੀ, ਦੂਜਾ ਹੁੰਦਾ ਸੀ ਕੋਈ ਨਹੀਂ ਆਂਦਾ ਸੀ, ਤੀਜਾ ਹੁੰਦਾ ਸੀ ਕੋਈ ਨਹੀਂ ਆਂਦਾ ਸੀ। ਹਾਰ ਕੇ ਆਪਾਂ ਕਹਿੰਦੇ ਸੀ ਸਾਡੇ ਤੋਂ ਲੈ ਲਓ ਪੈਸੇ ਜੀ, ਲੈ ਲਓ ਜਿੰਨੇ ਤੁਹਾਨੂੰ ਚਾਹੀਦੇ ਲਓ। ਕਬੱਡੀ ਬੰਦ ਹੋ ਗਈ। ਕਬੱਡੀ ਦੀ ਗੱਲ ਕਰ ਰਹੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਕਤ। ਮੈਂ ਦੱਸੋ ਨਾ ਦਿਓ ਨਾ ਪੀਟੀਸੀ ਨੂੰ, ਚਲਾਓ ਕਬੱਡੀ, ਕਿਸੇ ਨੂੰ ਵੀ ਦਿਓ ਨਾ। ਮੈਂ ਦੇਖਦਾ ਕਿਹੜਾ ਬੰਦਾ ਕਰੋੜਾਂ ਰੁਪਏ ਖਰਚ ਕਰਕੇ ਦੁਨੀਆ ਭਰ ਦੇ ਵਿੱਚ ਇਹ ਵਰਲਡ ਕੱਪ ਕਬੱਡੀ ਦਾ ਪੰਜਾਬ ਸਰਕਾਰ ਦਾ ਦਿਖਾਵੇਗਾ। ਕਿਉਂ ਨਹੀਂ ਕਰਾਉਂਦੇ? ਕਿਉਂ ਬੰਦ ਕਰਾਈ ਕਬੱਡੀ? ਅੱਜ ਕਿਉਂ ਪਲੇਅਰ ਤੇ ਗੋਲੀਆਂ ਵੱਜ ਰਹੀਆਂ? ਕਿਉਂ ਨਹੀਂ ਰੋਕਿਆ ਜਾ ਰਿਹਾ? ਇਹ ਸਰਕਾਰ ਕਰ ਕੀ ਰਹੀ ਹੈ? ਕਬੱਡੀ ਖਤਮ ਕਰ ਰਹੀ ਹੈ, ਹੁਣ ਗੁਰਬਾਣੀ ਵੀ ਖਤਮ ਕਰਨੀ ਹੈ। ਇਸੇ ਤਰ੍ਹਾਂ ਕੀ ਕੁਝ ਖਤਮ, ਪੰਜਾਬ ਦਾ ਵਿਰਸਾ ਖਤਮ ਕਰਨਾ। ਮਿਸ ਪੰਜਾਬੀ ਬੰਦ ਕਰ ਦੋ, ਮਿਸਟਰ ਪੰਜਾਬ ਬੰਦ ਕਰ ਦੋ, ਵੌਇਸ ਆਫ ਪੰਜਾਬ ਬੰਦ ਕਰ ਦੋ, ਪੀਟੀਸੀ ਬੰਦ ਕਰ ਦੋ, ਸਾਰਾ ਕੁਝ ਬੰਦ ਕਰ, ਕਬੱਡੀ ਬੰਦ ਕਰ ਦੋ। ਇੱਕੋ ਹੀ ਅਦਾਰਾ ਜਿਹੜਾ ਪੰਜਾਬੀਆਂ ਦਾ ਝੰਡਾ ਪੂਰੀ ਦੁਨੀਆ ਦੇ ਵਿੱਚ ਲੈ ਕੇ ਖੜਾ ਹੈ। ਇਹ ਬਾਕੀ ਜਿਹੜੇ ਕਹਿ ਰਹੇ ਆਪਾਂ ਸਿੱਖੀ ਦੇ ਚੈਨਲ ਨੇ, ਨਿਊਜ਼ ਚੈਨਲ ਨੇ, ਨਿਊਜ਼ ਚਲਾਉਂਦੇ ਆ, ਲੋਕਾਂ ਨੂੰ ਬਲੈਕਮੇਲ ਕਰਕੇ ਆਪਣੇ ਅਦਾਰੇ ਚਲਾਉਂਦੇ ਆ।